गुड मॉर्निंग बच्चों। ਅੱਜ ਮੈਂ ਤੁਹਾਡੇ ਵਾਸਤੇ ਸੈਂਪਲ ਪੇਪਰ 5th ਕਲਾਸ ਦਾ ਇੰਗਲਿਸ਼ ਦਾ ਪੇਪਰ ਲੈ ਕੇ ਆਈ ਹਾਂ। ਜਿਵੇਂ ਕਿ ਤੁਹਾਡੇ ਪੇਪਰ ਚੱਲ ਰਹੇ ਹੈ ਬੱਚੋ, ਪੇਪਰ ਦੇ ਵਿੱਚ ਸੇਮ ਇਹੀ ਪੈਟਰਨ ਦੇ ਉੱਪਰ ਤੁਹਾਡੇ ਆ ਰਹੇ ਹੈ। ਤਾਂ ਇਸੇ ਤਰੀਕੇ ਨਾਲ ਤੁਸੀਂ ਆਪਣੀ ਤਿਆਰੀ ਕਰਨੀ ਹੈ। ਵਰਕਸ਼ੀਟਸ ਵੀ ਕਰਨੀ ਹੈ, ਉਹਨਾਂ ਦੀਆਂ ਜੋ ਵਰਕਸ਼ੀਟ ਤੁਹਾਨੂੰ ਵਰਕਬੁੱਕ ਮਿਲੀ ਹੋਈ ਹੈ ਇੰਗਲਿਸ਼ ਦੀਆਂ ਵਰਕਸ਼ੀਟ 'ਚੋਂ ਤਿਆਰੀ ਕਰਿਓ ਤਾਂ ਤੁਹਾਡੇ ਪੇਪਰ ਵਧੀਆ ਹੋ ਰਹੇ ਹੋਣਗੇ। ਚਲੋ ਆਪਾਂ ਇੰਗਲਿਸ਼ ਦਾ ਕਰਦੇ ਹਾਂ। ਇਹਦੇ 'ਚ ਆਪਾਂ ਸਭ ਤੋਂ ਪਹਿਲਾਂ ਬੱਚੋ ਇੱਥੇ ਦੇਖੋ, ਇਹ ਤੁਹਾਡਾ ਹੈ ਸੈਂਪਲ ਪੇਪਰ ਔਰ ਕਲਾਸ 5th ਦਾ ਇੰਗਲਿਸ਼। ਤਾਂ ਇਹਦੇ 'ਚ ਰਿਕੁਆਇਰਡ ਸਭ ਤੋਂ ਪਹਿਲਾਂ ਕੀ ਚੀਜ਼ ਚਾਹੀਦੀ ਹੈ? ਸਟੂਡੈਂਟ ਈ ਪੰਜਾਬ ਆਈਡੀ। ਤਾਂ ਸਭ ਤੋਂ ਪਹਿਲਾਂ ਅਸੀਂ ਇੱਥੇ ਈ ਪੰਜਾਬ ਯੂਅਰ ਆਨਸਰ ਦੇ ਉੱਪਰ ਆਪਣੀ ਆਈਡੀ ਤੁਸੀਂ ਲਿਖ ਦੇਣੀ ਹੈ, ਜੋ ਤੁਹਾਡੀ ਆਈਡੀ ਹੈ। ਇਹਨੂੰ ਫਿਲ ਕਰਨ ਤੋਂ ਬਾਅਦ ਬੱਚੋ ਨੈਕਸਟ ਇਹਦੇ 'ਚ ਦੇਖੋ ਹੁਣ ਕੀ ਦਿੱਤਾ ਹੋਇਆ ਹੈ। ਰੀਡ ਦਾ ਪੈਸੇਜ ਐਂਡ ਆਨਸਰ ਦਾ ਕੁਐਸਚਨਸ 1 to 5 ਗਿਵਨ ਬਿਲੋ। ਤਾਂ ਇਹ ਜਿਹੜੇ ਵੀ ਪੇਪਰ ਹੈ ਬੇਟੇ ਤੁਹਾਡੇ ਅੰਡਰਸਟੈਂਡਿੰਗ ਦੇ ਆਧਾਰ 'ਤੇ ਲਏ ਜਾ ਰਹੇ ਹੈ। ਜ਼ਰੂਰੀ ਨਹੀਂ ਹੈ ਵੀ ਤੁਸੀਂ ਬੁੱਕਸ ਦੇ ਵਿੱਚੋਂ ਯਾਦ ਕੀਤੇ ਹੈ ਚੈਪਟਰ ਤਾਂ ਹੀ ਤੁਸੀਂ ਕਰ ਪਾਓਗੇ। ਇਹ ਜਸਟ ਤੁਹਾਡਾ ਦੇਖਣ ਦਾ ਵੀ ਤੁਹਾਨੂੰ ਕਿੰਨਾ ਕੁ ਸਮਝ ਆ ਰਿਹਾ ਹੈ ਜੋ ਵੀ ਪੜ੍ਹਾਇਆ ਜਾ ਰਿਹਾ ਉਹਦੇ 'ਚੋਂ। ਇਹਦੇ 'ਚ ਕੋਈ ਇਹ ਨਹੀਂ ਹੈ ਵੀ ਤੁਸੀਂ ਇੰਗਲਿਸ਼ ਆਪਣੀ ਬੁੱਕ ਖੋਲ੍ਹ ਕੇ ਉਹਦੇ 6 ਚੈਪਟਰ ਯਾਦ ਕਰ ਲਓ ਜਾਂ ਉਹਦੇ 7 ਚੈਪਟਰ ਯਾਦ ਕਰ ਲਓ ਤਾਂ ਉਹਦੇ 'ਚੋਂ ਤੁਹਾਨੂੰ ਆ ਜਾਊਗਾ। ਜੇ ਤੁਹਾਨੂੰ ਇੰਗਲਿਸ਼ ਦੀ ਬੱਚੋ ਸਮਝ ਹੈ ਤਾਂ ਤੁਸੀਂ ਫਿਰ ਵੀ ਉਸ ਬੇਸ ਦੇ ਉੱਪਰ ਹੀ ਤੁਸੀਂ ਇਹ ਪੇਪਰ ਅਟੈਂਪਟ ਕਰ ਸਕਦੇ ਹੋ ਔਰ ਵਧੀਆ ਨੰਬਰ 30 ਚੋਂ 30 ਨੰਬਰ ਲੈ ਸਕਦੇ ਹੋ। ਇਹ ਤਾਂ ਹੁਣ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਵੀ ਤੁਹਾਡੇ 15 ਕੁਐਸਚਨਸ ਆਉਂਦੇ ਹੈ ਔਰ ਹਰ ਕੁਐਸਚਨ ਜਿਹੜਾ ਹੈਗਾ 2 ਮਾਰਕਸ ਦਾ ਹੁੰਦਾ ਔਰ ਇੱਕ ਕੁਐਸਚਨ ਦੇ ਅਲਟਰਨੇਟਸ। ਇੱਕ ਕੁਐਸਚਨ ਦੀਆਂ ਨੀਚੇ 4 ਆਪਸ਼ਨਸ ਦਿੱਤੀਆਂ ਹੁੰਦੀਆਂ ਨੇ, ਉਹਨਾਂ ਚਾਰਾਂ 'ਚੋਂ ਤੁਸੀਂ ਦੱਸਣਾ ਹੁੰਦਾ ਕਿਹੜਾ ਸਹੀ ਹੈ। ਅਤੇ ਇਹਦੇ 'ਚ ਹੁਣ ਦੇਖੋ ਆਪਾਂ ਕਰਦੇ ਹਾਂ ਪੈਸੇਜ ਪੜ੍ਹਨਾ। ਤਾਂ ਇਹ ਪੈਸੇਜ 'ਚੋਂ ਹੀ ਆਪਾਂ ਆਨਸਰ ਦੇਣੇ ਆ। ਇਹ ਪੈਸੇਜ ਦਿੱਤਾ ਹੋਇਆ ਬੁੱਕਸ ਆਰ ਆਰ ਬੈਸਟ ਫਰੈਂਡਸ। ਤਾਂ ਬੁੱਕਸ ਕੀ ਹੈ? ਸਾਡੀਆਂ ਬੈਸਟ ਫਰੈਂਡਸ ਹੈ। ਦੇ ਮੇਕ ਅਸ। ਹੁਣ ਦੇ ਦੇਖੋ ਬੱਚੋ ਇੱਥੇ ਕੀ ਹੈ, ਕਿਹਦੇ ਲਈ ਯੂਜ਼ ਕੀਤਾ ਗਿਆ? ਦੇ ਬੁੱਕਸ ਵਾਸਤੇ ਯੂਜ਼ ਕੀਤਾ ਗਿਆ। ਇਟ ਮੀਨਸ ਬੁੱਕਸ ਕੀ ਹੈ? ਨਾਊਨ ਹੈ ਔਰ ਦੇ ਕੀ ਹੈ? ਪ੍ਰੋਨਾਊਨ ਹੈ। ਜਦੋਂ ਨਾਊਨ ਦੀ ਜਗ੍ਹਾ 'ਤੇ ਆਪਾਂ ਯੂਜ਼ ਕਰਦੇ ਹਾਂ ਤਾਂ ਉਹਨੂੰ ਆਪਾਂ ਪ੍ਰੋਨਾਊਨ ਕਹਿੰਦੇ ਹਾਂ। ਦੇ ਮੇਕ ਅਸ ਹੈਪੀ। ਕੌਣ ਬਣਾ ਰਿਹਾ ਸਾਨੂੰ ਹੈਪੀ? ਬੁੱਕਸ। ਵੈਨ ਵੀ ਫੀਲ ਸੈਡ। ਜਦੋਂ ਅਸੀਂ ਸੈਡ ਹੁੰਦੇ ਹਾਂ ਤਾਂ ਬੁੱਕ ਸਾਨੂੰ ਹੈਪੀ ਕਰਦੇ ਹੈ। ਫਿਰ ਆ ਗਿਆ ਦੇ ਬੱਚੋ। ਹੁਣ ਫਿਰ ਦੇ ਦੇਖੋ, ਜਦੋਂ ਆਪਾਂ ਪੈਰਾ ਕੋਈ ਵੀ ਸਟਾਰਟ ਹੁੰਦਾ ਸਟਾਰਟਿੰਗ ਦੇ ਵਿੱਚ ਨਾਊਨ ਯੂਜ਼ ਕਰ ਦਿੰਦੇ ਆ, ਉਸ ਤੋਂ ਬਾਅਦ ਉਹਦੀ ਜਗ੍ਹਾ 'ਤੇ ਪ੍ਰੋਨਾਊਨ ਯੂਜ਼ ਕੀਤਾ ਜਾਂਦਾ। ਬਾਰ-ਬਾਰ ਅਸੀਂ ਨਾਊਨ ਦਾ ਯੂਜ਼ ਨਹੀਂ ਕਰਦੇ। ਤਾਂ ਦੇ ਸ਼ੋ ਅਸ ਪਾਥ ਵੈਨ ਵੀ ਆਰ ਲੋਸਟ। ਜਦੋਂ ਅਸੀਂ ਲੋਸਟ ਹੋ ਜਾਂਦੇ ਹਾਂ, ਗੁੰਮ ਹੋ ਜਾਂਦੇ ਹਾਂ, ਤਾਂ ਉਹ ਸਾਨੂੰ ਰਸਤਾ ਦਿਖਾਉਂਦੀਆਂ ਨੇ ਬੁੱਕਸ। ਦੇ ਗਾਈਡ ਅਸ ਵੈਨ ਵੀ ਆਰ ਇਨ ਡਾਊਟ ਐਂਡ ਕਨਫਿਊਜ਼ਨ। ਤਾਂ ਉਸ ਨੂੰ ਸਾਨੂੰ ਗਾਈਡ ਵੀ ਕਰਦੀਆਂ ਨੇ ਜਦੋਂ ਸਾਨੂੰ ਕੋਈ ਡਾਊਟ ਹੁੰਦਾ ਜਾਂ ਕਨਫਿਊਜ਼ਨ ਹੁੰਦਾ। ਵੀ ਗੈਟ ਅ ਲੋਟ ਆਫ ਨੌਲੇਜ ਫਰੋਮ ਬੁੱਕਸ। ਸਾਨੂੰ ਬੁੱਕਸ ਤੋਂ ਬਹੁਤ ਨੌਲੇਜ ਮਿਲਦੀ ਹੈ। ਗੁੱਡ ਬੁੱਕਸ ਇੰਪਰੂਵ ਆਰ ਥਿੰਕਿੰਗ ਐਬਿਲਿਟੀ। ਤਾਂ ਅੱਛੀਆਂ ਬੁੱਕਸ ਜਿਹੜੀਆਂ ਹੁੰਦੀਆਂ ਸਾਡੇ ਸੋਚਣ ਦੀ ਵਧੀਆ ਇੰਪਰੂਵ ਕਰਦੀਆਂ ਨੇ, ਥਿੰਕਿੰਗ ਐਬਿਲਿਟੀ ਨੂੰ ਇੰਪਰੂਵ ਕਰਦੀਆਂ। ਦੇ ਐਨਕਰੇਜ ਅਸ ਇਨ ਡਿਫੀਕਲਟ ਟਾਈਮਸ। ਤਾਂ ਐਨਕਰੇਜ ਸਾਨੂੰ ਮਤਲਬ ਐਨਕਰੇਜ ਕਰਦੀਆਂ ਨੇ ਬੁੱਕਸ। ਕੀ ਕਰਦੀਆਂ ਨੇ? ਐਨਕਰੇਜ ਕਰਦੀਆਂ ਜਦੋਂ ਔਖਾ ਸਮਾਂ ਹੁੰਦਾ। ਬੁੱਕਸ ਆਲਸੋ ਗਿਵ ਅਸ ਹੈਪੀਨੈਸ ਇਨ ਲਾਈਫ। ਤਾਂ ਬੁੱਕਸ ਸਾਨੂੰ ਕੀ ਦਿੰਦੀਆਂ ਨੇ? ਹੈਪੀਨੈਸ, ਖੁਸ਼ੀ ਦਿੰਦੀਆਂ ਨੇ। ਕੀ ਦੇ ਰਹੀਆਂ ਨੇ ਬੁੱਕਸ? ਸਾਨੂੰ ਖੁਸ਼ੀ ਦਿੰਦੀਆਂ ਜ਼ਿੰਦਗੀ ਦੇ ਵਿੱਚ। ਤਾਂ ਹੁਣ ਬੇਟੇ ਇਹ ਪੈਰੇ ਦੇ ਅਕੋਰਡਿੰਗਲੀ ਹੀ ਅਸੀਂ ਅੱਗੇ ਕੁਐਸਚਨਸ ਦੇ ਆਨਸਰ ਦੇਣੇ ਹੈ 5 ਤੱਕ। ਤਾਂ ਫਸਟ ਹੈ ਹੂ ਆਰ ਆਰ ਬੈਸਟ ਫਰੈਂਡਸ। ਤਾਂ ਸਾਡੇ ਬੈਸਟ ਫਰੈਂਡਸ ਕੌਣ ਨੇ? ਕਿਹਦੇ ਬਾਰੇ ਆਪਾਂ ਪਹਿਰਾ ਪੜ੍ਹਿਆ? ਬੁੱਕਸ ਬਾਰੇ। ਤਾਂ ਹੁਣ ਦੇਖੋ ਪਹਿਲੇ 'ਤੇ ਲਿਖਿਆ ਨੋਟਬੁੱਕ, ਇਹ ਤਾਂ ਨਹੀਂ ਹੈ ਇਹਦਾ ਆਨਸਰ। ਬੁੱਕਸ ਹੈ ਬੱਚੋ। ਕਲਾਸਮੇਟਸ, ਨਨ ਆਫ ਦੀਸ। ਤਾਂ ਇਹਨਾਂ 'ਚੋਂ ਕਿਹੜਾ ਆਨਸਰ ਹੈ? ਬੁੱਕਸ ਹੈ। ਆਪਾਂ ਬੁੱਕ ਨੂੰ ਟੱਚ ਕਰ ਦਾਂਗੇ ਤਾਂ ਇਹ ਆਪਣਾ ਸਹੀ ਆਨਸਰ ਹੈ। ਸੈਕਿੰਡ ਕੁਐਸਚਨ ਹੈ ਵੈਨ ਵੀ ਫੀਲ ਸੈਡ ਦੇ ਮੇਕ ਅਸ। ਮਤਲਬ ਜਦੋਂ ਅਸੀਂ ਉਦਾਸ ਹੁੰਦੇ ਹਾਂ ਉਹ ਸਾਨੂੰ ਕੀ ਕਰਦੀਆਂ ਨੇ? ਆਇਆ ਸੀ ਪੈਰੇ ਦੇ ਵਿੱਚ, ਪੜ੍ਹਿਆ ਸੀ ਨਾ ਇੱਥੇ ਅਸੀਂ, ਦੇ ਮੇਕ ਅਸ ਹੈਪੀ ਵੈਨ ਵੀ ਫੀਲ ਸੈਡ। ਤਾਂ ਆਪਾਂ ਇਹਦੇ 'ਚ ਕੀ ਆਨਸਰ ਦੇ ਦਾਂਗੇ? ਅਸੀਂ ਜਦੋਂ ਦੇ ਮੇਕ ਅਸ ਹੈਪੀ ਇਹਦੇ 'ਤੇ ਤੀਸਰੇ 'ਤੇ ਪਿਆ ਦੇਖੋ ਆਪਸ਼ਨ, ਕਿਉਂਕਿ ਪਹਿਲੇ 'ਤੇ ਫਨੀ, ਦੂਸਰੇ 'ਤੇ ਇੰਟੈਲੀਜੈਂਟ, ਲਾਸਟ 'ਚ ਸਟਰੋਂਗ ਸੀ। ਤਾਂ ਹੈਪੀ ਇਹਦਾ ਸਹੀ ਆਨਸਰ ਹੈ। ਥਰਡ ਕੁਐਸਚਨ ਹੈ ਬੁੱਕਸ ਗਿਵ ਅਸ ਡੈਸ਼। ਬੁੱਕਸ ਸਾਨੂੰ ਕੀ ਦਿੰਦੀਆਂ ਨੇ? ਦੇਖੋ ਪਹਿਲੇ 'ਤੇ ਲਿਖਿਆ ਨੌਲੇਜ ਦਿੰਦੀਆਂ, ਪਰ ਇੱਥੇ ਆਪਾਂ ਇਹਨੂੰ ਟੱਚ ਨਹੀਂ ਕਰ ਦੇਣਾ ਬੱਚੋ, ਸਾਰੀਆਂ ਆਪਸ਼ਨਸ ਦੇਖਣੀਆਂ। ਦੂਸਰੇ ਤੋਂ ਕਹਿੰਦਾ ਪਲੇਜ਼ਰ ਦਿੰਦੀਆਂ। ਹਾਂ, ਪਲੇਜ਼ਰ ਵੀ ਦਿੰਦੀਆਂ ਨੇ। ਪਲੇਜ਼ਰ ਮਤਲਬ ਖੁਸ਼ੀ ਹੁੰਦੀ ਹੈ। ਗਾਈਡੈਂਸ ਵੀ ਦਿੰਦੀਆਂ ਨੇ।
ਲਾਸਟ ਦੇ ਵਿੱਚ ਦੇਖੋ ਲਿਖਿਆ ਆਲ ਆਫ ਥੀਸ, ਕਿਉਂਕਿ ਸਾਨੂੰ ਇਹ ਤਿੰਨੇ ਦਿੰਦੀਆਂ ਨੇ ਤੇ ਤਿੰਨੇ ਦਾ ਜਵਾਬ ਸਾਡਾ ਚੌਥੇ ਦੇ ਵਿੱਚ ਪਿਆ ਸੀ, ਚੌਥੇ ਨੂੰ ਟੱਚ ਕਰ ਦੇਣਾ ਆਲ ਆਫ ਥੀਸ ਦੇ ਵਿੱਚ। ਫੋਰਥ ਕੁਐਸਚਨ ਹੈ ਦੇ ਮੇਕ ਅਸ ਹੈਪੀ, ਹੇਅਰ ਦੇ ਇਜ਼ ਯੂਜ਼ਡ ਫॉर। ਤਾਂ ਹੁਣ ਦੇ ਕਿਹਦੇ ਲਈ ਯੂਜ਼ ਕੀਤਾ ਗਿਆ ਸੀ, ਤੁਹਾਨੂੰ ਸਮਝਾਇਆ ਸੀ ਨਾ ਦੇ ਕਿਹਦੇ ਵਾਸਤੇ ਯੂਜ਼ ਕੀਤਾ ਗਿਆ, ਬੁੱਕਸ ਵਾਸਤੇ। ਤਾਂ ਪਹਿਲੇ 'ਚ ਉਹਨਾਂ ਨੇ ਕਿਹਾ ਬੁੱਕਸ, ਦੂਸਰੇ 'ਚ ਆਪਸ਼ਨ 'ਚ ਕਹਿ ਰਿਹਾ ਫਰੈਂਡਸ, ਤੀਸਰੇ 'ਚ ਕਹਿ ਰਿਹਾ ਨੌਲੇਜ, ਚੌਥੇ 'ਚ ਕਹਿ ਰਿਹਾ ਅਸ। ਤਾਂ ਪਰ ਆਪਣਾ ਆਂਸਰ ਕੀ ਹੈ, ਬੁੱਕਸ ਹੈ। ਆਪਾਂ ਬੁੱਕਸ ਦੇ ਉੱਪਰ ਟੱਚ ਕਰਾਂਗੇ। ਫਿਫਥ ਕੁਐਸਚਨ ਹੈ ਚੂਜ਼ ਵਰਬ ਫਰੋਮ ਦਾ ਲਾਸਟ ਸੈਂਟੈਂਸ ਆਫ ਦਾ ਪੈਸੇਜ। ਹੁਣ ਉਹਨੇ ਕੀ ਕਿਹਾ, ਲਾਸਟ ਸੈਂਟੈਂਸ ਦੇ ਵਿੱਚ ਕਹਿੰਦਾ ਵਰਬ ਕੀ ਹੈ। ਤਾਂ ਬੱਚੋ ਵਰਬ ਕੀ ਹੁੰਦੀ ਹੈ, ਕੋਈ ਵੀ ਕੰਮ ਕਰਨਾ ਉਹਨੂੰ ਵਰਬ ਬੋਲਦੇ ਆ। ਤਾਂ ਬੱਚੋ ਵੈਨ ਵੀ ਫੀਲ ਸੈਡ ਦੇ ਮੇਕ ਅਸ ਹੈਪੀ। ਅੱਛਾ ਇਹ ਆਪਾਂ ਕਰ ਲਿਆ ਸੀਗਾ। ਫਿਫਥ ਕੁਐਸਚਨ ਨੂੰ ਕਹਿ ਰਿਹਾ ਸੀ ਵਰਬ। ਆਪਾਂ ਵਰਬ ਦਾ ਦੇਖਣਾ ਹੈ ਵੀ ਸੈਂਟੈਂਸ ਦੇ ਵਿੱਚ ਲਾਸਟ, ਹੁਣ ਲਾਸਟ ਸੈਂਟੈਂਸ ਇਹ ਹੈ ਬੁੱਕਸ ਆਲਸੋ ਗਿਵ ਅਸ ਹੈਪੀਨੈਸ ਇਨ ਲਾਈਫ। ਤਾਂ ਹੁਣ ਇੱਥੇ ਵਰਬ ਕੀ ਹੈ, ਵਰਬ ਕੋਈ ਵੀ ਕੰਮ ਕਰਨ ਨੂੰ ਕਹਿੰਦੇ ਹੈ। ਤਾਂ ਇੱਥੇ ਜਾਂ ਐਕਟੀਵਿਟੀ ਨੂੰ ਕਹਿੰਦੇ ਹਾਂ ਅਸੀਂ। ਇੱਥੇ ਬੱਚੋ ਜਿਹੜਾ ਗਿਵ ਹੈ ਵੀ ਬੁੱਕਸ ਸਾਨੂੰ ਕੀ ਦਿੰਦੀਆਂ ਨੇ, ਹੈਪੀਨੈਸ ਦਿੰਦੀਆਂ ਨੇ। ਤਾਂ ਜੋ ਦਿੰਦੀਆਂ ਨੇ ਇਹਨੂੰ ਆਪਾਂ ਕੀ ਬੋਲਾਂਗੇ, ਵਰਬ ਬੋਲਾਂਗੇ। ਤਾਂ ਹੁਣ ਉੱਥੇ ਆਪਾਂ ਨੇ ਦੇਖਣਾ ਵਰਬ ਕੀ ਹੈ, ਗਿਵ ਹੈ। ਪਹਿਲੇ ਤੇ ਕਹਿੰਦਾ ਬੁੱਕਸ, ਬੁੱਕਸ ਨਹੀਂ ਹੈ ਬੱਚੋ। ਦੂਸਰੇ ਤੇ ਗਿਵ ਲਿਖਿਆ ਹੈ, ਗਿਵ ਹੈ। ਤੀਸਰੇ ਤੇ ਹੈਪੀਨੈਸ, ਚੌਥੇ ਤੇ ਲਾਈਫ। ਤਾਂ ਗਿਵ ਜਿਹੜਾ ਹੈਗਾ ਵਰਬ ਹੈ। ਨੈਕਸਟ ਦੇਖੋ ਬੱਚੋ, ਹੁਣ ਇਹ ਵੀ ਐਡਵਰਟਾਈਜ਼ਮੈਂਟ ਦਿੱਤੀ ਹੋਈ ਹੈ, ਆਨਸਰ ਦਾ ਫੋਲੋਇੰਗ ਕੁਐਸਚਨਸ। ਐਡਵਰਟਾਈਜ਼ਮੈਂਟ ਤੇ ਉਹਦੇ ਚੋਂ ਹੀ ਤੁਸੀਂ ਕੁਐਸਚਨਸ ਦੇ ਆਨਸਰ ਲੱਭਣੇ ਹੈ। ਦੇਖੋ ਇਹਦੇ ਵਿੱਚ ਤਾਂ ਤੁਸੀਂ ਤੁਹਾਡੇ ਸਾਹਮਣੇ ਹੀ ਪਿਆ, ਇਹਦੇ ਚੋਂ ਹੀ ਤੁਸੀਂ ਕੱਢ ਲੈਣਾ ਕੀ ਆਨਸਰ ਹੈ। ਤਾਂ ਹੁਣ ਦੇਖੋ ਇਹਦੇ 'ਚ ਐਡਵਰਟਾਈਜ਼ਮੈਂਟ ਦੇ ਵਿੱਚ ਕੀ ਗੱਲ ਕਰ ਰਹੇ ਆ, ਸਮਰ ਕੈਂਪ ਹੈ 2020 ਦਾ ਤੇ 5 ਡੇ ਸਮਰ ਕੈਂਪ ਹੈ, 5 ਦਿਨਾਂ ਦਾ ਹੈ। ਫॉर ਕਿਡਸ ਏਜ ਕਿੰਨੀ, 8 ਤੋਂ 12 ਵਾਲਿਆਂ ਦੀ, 8 ਤੋਂ 12 ਵਾਲਿਆਂ ਦੀ। ਔਰ ਜੂਨ ਕਦੋਂ ਤੋਂ ਲੱਗਣਾ ਹੈ, 19 ਜੂਨ ਤੋਂ ਲੈ ਕੇ 23 ਜੂਨ ਤੱਕ। ਫਰੋਮ ਫਰਾਈਡੇ ਟੂ ਟਿਊਜ਼ਡੇ, ਫਰਾਈਡੇ ਤੋਂ ਲੈ ਕੇ ਟਿਊਜ਼ਡੇ ਤੱਕ। ਔਰ ਐਕਟੀਵਿਟੀਜ਼ ਕਿਹੜੀਆਂ ਕਿਹੜੀਆਂ, ਪੇਂਟਿੰਗ, ਕਰਾਫਟ ਵਰਕ, ਕੁਕਿੰਗ ਐਂਡ ਡਾਂਸਿੰਗ। ਇਸੇ 'ਚੋਂ ਆਪਾਂ ਕੁਐਸਚਨਸ ਦੇ ਆਨਸਰ ਲੱਭਦੇ ਹਾਂ। ਦ ਅਬਵ ਪੋਸਟਰ ਇਜ਼ ਅਬਾਊਟ ਡੈਸ਼। ਤਾਂ ਕਿਹਦੇ ਬਾਰੇ ਹੈ ਇਹ ਪੋਸਟਰ, ਸਾਰਿਆਂ ਨੂੰ ਕਲੀਅਰ ਹੈ ਕਿਹਦੇ ਬਾਰੇ ਹੈ ਇਹ, ਸਮਰ ਕੈਂਪ 2020 ਬਾਰੇ। ਤਾਂ ਏ 'ਤੇ ਲਿਖਿਆ ਫੇਅਰ, ਬੀ 'ਤੇ ਲਿਖਿਆ ਸਮਰ ਕੈਂਪ, ਸੀ 'ਤੇ ਲਿਖਿਆ ਡਰਾਇੰਗ ਕਲਾਸ, ਲਾਸਟ ਆਪਸ਼ਨ ਹੈਗੀ ਸਰਕਸ। ਤਾਂ ਸਮਰ ਕੈਂਪ ਇਹਦਾ ਸਹੀ ਆਨਸਰ ਹੈ। 7ਵਾਂ ਪ੍ਰਸ਼ਨ ਹੈ ਦ ਸਮਰ ਕੈਂਪ ਵਿਲ ਬੀ ਫॉर। ਸਮਰ ਕੈਂਪ ਕਿਹਦੇ ਵਾਸਤੇ ਹੈ, ਕਿੰਨੇ ਦਿਨਾਂ ਵਾਸਤੇ ਹੈ ਬੱਚੋ, ਵਿਲ ਬੀ ਫॉर ਡੈਸ਼ ਡੇਜ਼। ਤਾਂ ਆਪਾਂ ਇਹਦੇ 'ਚ ਪੜ੍ਹਿਆ ਸੀ ਨਾ ਕਿੰਨੇ ਦਿਨਾਂ ਵਾਸਤੇ ਹੈ, ਆਇਆ ਸੀਗਾ ਇੱਥੇ ਇਹ 5 ਡੇ ਸਮਰ ਕੈਂਪ ਹੈ ਨਾ। ਇੱਥੇ ਲਿਖਿਆ ਹੋਇਆ ਸੀ ਵੀ ਇਹ 5 ਦਿਨਾਂ ਦਾ ਸਮਰ ਕੈਂਪ ਹੈ। ਅਤੇ ਇੱਥੇ ਏ 'ਤੇ ਲਿਖਿਆ ਪਹਿਲੇ ਆਪਸ਼ਨ ਹੈਗੇ 10, ਇਹ ਆਪਸ਼ਨ ਗਲਤ ਹੈ, ਇਹ ਨਹੀਂ ਆਣੀ। ਦੂਸਰੇ 'ਤੇ 2, ਇਹ ਵੀ ਨਹੀਂ ਹੈ। 5 ਤਾਂ ਇਹ ਤੁਹਾਨੂੰ ਰੀਡ ਕਰਨਾ ਵੀ ਆਉਣਾ ਚਾਹੀਦਾ ਹੈ। 5 ਦੇ ਉੱਪਰ ਆਪਾਂ ਟੱਚ ਕਰ ਦਾਂਗੇ, ਇਹ ਆਨਸਰ ਠੀਕ ਹੈ। 8th ਕੁਐਸਚਨ ਕਹਿ ਰਿਹਾ ਵਿਚ ਵਿਲ ਬੀ ਦਾ ਲਾਸਟ ਡੇ ਆਫ ਸਮਰ ਕੈਂਪ। ਲਾਸਟ ਡੇ ਸਮਰ ਕੈਂਪ ਦਾ ਕਿਹੜਾ ਹੋਊਗਾ। ਹੁਣ ਦੇਖੋ ਇਹਦੇ 'ਚ ਕਦੋਂ ਤੋਂ ਕਦੋਂ ਤੱਕ ਸੀਗਾ ਸਮਰ ਕੈਂਪ, ਫਰਾਈਡੇ ਟੂ ਟਿਊਜ਼ਡੇ। ਤਾਂ ਲਾਸਟ ਡੇ ਕਿਹੜਾ ਹੈ, ਟਿਊਜ਼ਡੇ। ਟਿਊਜ਼ਡੇ ਲਾਸਟ ਡੇ ਹੋ ਗਿਆ ਨਾ। ਤਾਂ ਟਿਊਜ਼ਡੇ ਹੁਣ ਇਹਦੇ 'ਚ ਦੇਖੋ ਇਹ ਪਹਿਲੀ ਆਪਸ਼ਨ 'ਚ ਸੰਡੇ, ਇਹ ਨਹੀਂ ਹੈ। ਸੈਕਿੰਡ ਆਪਸ਼ਨ ਮੰਡੇ ਹੈ, ਥਰਡ ਆਪਸ਼ਨ ਫਰਾਈਡੇ ਹੈ, ਲਾਸਟ ਟਿਊਜ਼ਡੇ ਪਿਆ, ਇਹ ਸਹੀ ਹੈ। 9th ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਐਕਟੀਵਿਟੀ ਇਜ਼ ਨਾਟ ਦੇਅਰ ਇਨ ਦ ਸਮਰ ਕੈਂਪ। ਨੀਚੇ ਕਿਹੜੀ ਐਕਟੀਵਿਟੀ ਸਮਰ ਕੈਂਪ 'ਚ ਨਹੀਂ ਹੈ। ਤਾਂ ਇਹ ਵੀ ਨੀਚੇ ਆਪਾਂ ਨੂੰ ਦੇਖੋ ਐਡਵਰਟਾਈਜ਼ਮੈਂਟ ਦੇ ਵਿੱਚ ਐਕਟੀਵਿਟੀਜ਼ ਦਿੱਤੀਆਂ ਹੋਈਆਂ ਨੇ। ਕਿਹੜੀ ਕਿਹੜੀ ਐਕਟੀਵਿਟੀਜ਼ ਹੈ, ਪੇਂਟਿੰਗ ਹੈ, ਕਰਾਫਟ, ਆ ਦੇਖੋ ਆ ਐਕਟੀਵਿਟੀਜ਼ ਬੱਚੋ ਦਿੱਤੀਆਂ ਹੋਈਆਂ ਨੇ। ਤਾਂ ਪੇਂਟਿੰਗ ਹੈ, ਕਰਾਫਟ ਮੇਕਿੰਗ ਹੈ, ਕੁਕਿੰਗ ਹੈ, ਡਾਂਸਿੰਗ ਹੈ। ਤਾਂ ਉੱਥੇ ਆਪਾਂ ਦੇਖਦੇ ਹਾਂ ਕਿਹੜੀ ਕਿਹੜੀ ਦਿੱਤੀ ਹੋਈ ਹੈ। ਉਹ ਕਹਿੰਦਾ ਵਿਚ ਆਫ ਦਾ, ਹੁਣ ਪਹਿਲੇ ਤੇ ਡਾਂਸਿੰਗ ਹੈ, ਡਾਂਸਿੰਗ ਤਾਂ ਹੈ, ਪੇਂਟਿੰਗ ਵੀ ਹੈ, ਸਵਿਮਿੰਗ ਨਹੀਂ ਹੈ, ਲਾਸਟ ਕੁਕਿੰਗ, ਕੁਕਿੰਗ ਵੀ ਹੈ। ਤਾਂ ਸਵਿਮਿੰਗ ਨੂੰ ਆਪਾਂ ਟੱਚ ਕਰ ਦਾਂਗੇ ਕਿ ਬੱਚੋ ਇਹਦੇ 'ਚ ਕੁਐਸਚਨ ਉਹਨੇ ਨੋਟ ਪੁੱਛਿਆ ਸੀ ਜਿਹੜੀ ਨਹੀਂ ਹੈ ਸਮਰ ਕੈਂਪ ਦੇ ਵਿੱਚ। ਤਾਂ ਵਟ ਵਿਲ ਬੀ ਦਾ ਡੇ ਔਨ 20th ਜੂਨ। ਹੁਣ 20th ਜੂਨ ਨੂੰ ਕਿਹੜਾ ਦਿਨ ਹੋਊਗਾ, ਇਹ ਦੇਖੋ ਬੇਟੇ ਹੁਣ ਇਹ ਜਿਹੜੀ ਸਮਰ ਕੈਂਪ ਹੈ ਇੱਥੋਂ ਹੀ ਆਪਾਂ ਨੇ ਲੱਭ ਲੈਣਾ। 19 ਜੂਨ ਤੋਂ ਸਟਾਰਟ ਹੋ ਰਿਹਾ ਇਹ, 19 ਨੂੰ ਹੁਣ ਕਿਹੜਾ ਦਿਨ ਹੈ, ਫਰਾਈਡੇ ਤੋਂ ਸ਼ੁਰੂ ਹੋ ਰਿਹਾ। ਇਹਦਾ ਮਤਲਬ ਜੇ 19 ਨੂੰ ਫਰਾਈਡੇ ਹੈ ਤਾਂ ਫਰਾਈਡੇ ਤੋਂ ਬਾਅਦ ਕੀ ਆਉਂਦਾ, ਸੈਟਰਡੇ ਆਉਂਦਾ। ਤਾਂ 20 ਤਰੀਕ ਨੂੰ ਕੀ ਹੋਊਗਾ ਬੱਚੋ, ਸੈਟਰਡੇ ਹੋਊਗਾ। ਤਾਂ ਅਸੀਂ ਸੈਟਰਡੇ ਨੂੰ ਟੱਚ ਕਰ ਦਾਂਗੇ। ਇਹਦੇ 'ਚ ਆਪਸ਼ਨ 'ਚ ਦੇਖਦੇ ਹਾਂ
ਫਰਾਈਡੇ ਲਿਖਿਆ ਇਹ ਨਹੀਂ ਹੈ, ਸੰਡੇ ਵੀ ਨਹੀਂ ਹੈ, ਟਿਊਜ਼ਡੇ ਵੀ ਨਹੀਂ ਹੈ, ਸੈਟਰਡੇ ਹੈ ਇੱਥੇ, ਇਹਨੂੰ ਅਸੀਂ ਟੱਚ ਕਰਾਂਗੇ। ਨੈਕਸਟ ਹੈ ਉਹ ਕਹਿੰਦਾ ਟਿਕ ਦ ਕਰੈਕਟ ਪਾਰਟ ਆਫ ਦ ਬੋਡੀ ਇਨ ਦਿਸ ਗ੍ਰਿਡ। ਤਾਂ ਪਾਰਟ ਆਫ ਬੋਡੀ ਹੈ ਇਹ ਗ੍ਰਿਡ ਦੇ ਵਿੱਚ ਬੱਚੋ, ਇਹ ਗ੍ਰਿਡ 'ਚ ਆਪਾਂ ਨੇ ਲੱਭਣੀ ਹੈ ਕਿੱਥੇ ਹੈ ਪਾਰਟ ਆਫ ਬੋਡੀ। ਤਾਂ ਦੇਖੋ ਹੁਣ ਇਹਦੇ 'ਚ ਨੀਚੇ ਇਹ ਵਾਲੇ 'ਚ ਤਾਂ ਕੁਛ ਵੀ ਨਹੀਂ ਬਣ ਰਿਹਾ, ਇਹਦੇ 'ਚ ਬਣ ਰਿਹਾ EAR ਈਅਰ, ਪਾਰਟ ਆਫ ਬੋਡੀ ਹੈ ਨਾ। ਤਾਂ ਹੁਣ ਇੱਥੇ ਕਿੱਥੇ ਪਿਆ, ਫਸਟ ਆਪਸ਼ਨ ਹੀ ਪਈ ਹੈ EAR, ਨੈਕਸਟ ਵਾਲੀਆਂ ਨਹੀਂ ਹੈ, ਆਪਾਂ ਈਅਰ ਨੂੰ ਟੱਚ ਕਰਨਾ ਹੈ। 12ਵਾਂ ਪ੍ਰਸ਼ਨ ਹੈ ਚੂਜ਼ ਦ ਕਰੈਕਟ ਸਪੈਲਿੰਗ। ਤਾਂ ਹੁਣ ਇਹ ਕਰੈਕਟ ਸਪੈਲਿੰਗ ਤੁਹਾਨੂੰ ਆਉਣੇ ਚਾਹੀਦੇ ਹੈ। फर्स्ट लिखा है मिडल दे स्पैलिंग ये गलत है, सैकेंड वाले भी गलत है, थर्ड वाले भी गलत है, ये वाले ठीक है, तो इनू आपां टच करांगे, ये मिडल दे स्पैलिंग सही है। 13th क्वेश्चन है चूज़ द वर्ड हैविंग अ साइलेंट लैटर। तो साइलेंट लैटर जिहदा है उन्होंने असी चूज़ करना है। हुण देखो हाफ, हाफ दे विच एल दी साउंड नहीं ना आ रही, हाल्फ तो नहीं असी बोलते, हाफ बोलते हैं, ये ठीक है। पर आपां नैक्सट पढ़ने हैं ओल्ड, ओल्ड च ल सारी जिहड़ी है आवाज़ां लैटर्स दियां आ रही ने, विद च भी आ रही, लाइफ च भी आ रही। तो यदा मतलब हाफ जिहड़ा हैगा असी इनू टच कर दांगे। 14th है चूज़ द ऑड वन। तो ऑड वन मतलब हुंदा है जिहड़ा सारियां नालों वखरा होवे, जिहड़ा सब तो अलग होवे। तो पहली ऑप्शन देखो इन आउट, ठीक है, इन आउट, इन द आउट, डे नून, ये ठीक नहीं है बच्चों। आप अगलियां ऑप्शंस पढ़ते हैं आफ्टर बिफोर, आफ्टर बाद विच, बिफोर पहले, फास्ट स्लो, ये भी ठीक है, सारे ऑपोजिट्स है। पर जिहड़ा डे नून है ये ऑपोजिट्स नहीं है, इनू असी टच कर दांगे। 15वां लास्ट तुहाडा क्वेश्चन है चूज़ द करैक्ट स्टेटमेंट। हुण की कह रहा है ये करैक्ट स्टेटमेंट, तुसी करैक्ट स्टेटमेंट लभनी है, इहदा मतलब बाकी गलत होनी है, एक करैक्ट स्टेटमेंट होएगी उन्हां चों। हुण पहले तो देखो लिखा होली अ फैसटिवल इज़ ऑफ कलर्स, ये स्टेटमेंट ठीक नहीं है क्योंकि नाउन आंदा है, फिर हैल्पिंग वर्ब आंदी है, तो ये पहला ही फैसटिवल्स आ गया, ये नहीं आना। सैकेंड कहना होली इज़ अ फैसटिवल ऑफ कलर्स, ये ठीक है, पर आप बाकी पढ़ांगे। देखो थर्ड के उपर कह रहे फेस्टिवल ऑफ होली इज़ कलर्स, ये भी गलत है, ये भी गलत है। तो ये जो अपना आंसर सही दूसरी ऑप्शन है, आप दूसरी के उपर क्लिक कर देंगे। हुण तुसी लास्ट दे विच की करना है बच्चों, जो 15 क्वेश्चनस हो जाते हैं सबमिट करन तो भी पहला तुसी सारे अपने देख लेने भी तुसी ठीक किते है, दोबारा तुसी चैक कर सकते हो, ठीक है। चैक करन तो बाद तुसी फिर सबमिट करना है। तो असी सबमिट करता इस तरीके नाल। देखो हुण साडे कोले आ गया व्यू स्कोर आ गया, मतलब तुसी अपने नंबर देख सकते हो। तो असी इस बॉक्स नूं जिहड़ा परपल जिहा इहनूं टच करांगे, तो इत्थे देखो बच्चों साडे नंबर भी आ गए है, क्लास भी लिखी हुई है, सबजैक्ट भी लिखा होया है, साडी ID भी लिखी हुई है, सारा कुछ तुहानूं दिख रहा है। इहदे च यही तुसी अपने उस तो बाद WhatsApp टीचर्स नूं या इहदी स्क्रीनशॉट लैके तुसी अगे अपने टीचर्स नूं फॉरवर्ड कर देना है। इस तरीके नाल तुसी इंग्लिश का पेपर करना है। ऑल द बेस्ट बच्चों। वीडियो तुहानूं अच्छी लगती है, तुहानूं समझ आ रहा है, तुसी बच्चों नाल होर बच्चों नाल भी बेटे शेयर करो, उन्हां नूं भी सबसक्राइब कराओ, लाइक जरूर करो, ताकि होर और जो भी तुहाडियां प्रॉब्लम्स आंदियां कमेंट बॉक्स दे विच लिख के पाओ, ताकि तुहानूं होर वीडियोज़ अगे मिल सकन। ओके बच्चों, थैंक यू, ऑल द बेस्ट।